ਲੋ ਸਾਥੀਓ, ਆਪਾਂ ਫਿਰ ਆਪਣੀ ਗੱਲ ਸ਼ੁਰੂ ਕਰੀਏ। ਅੱਜ ਦਾ ਜਿਹੜਾ ਆਪਣੀ ਗੱਲਬਾਤ ਹੈ ਔਰ ਅੱਜ ਦਾ ਜਿਹੜਾ ਮੁੱਦਾ ਹੈ ਉਹ 600 ਯੂਨਿਟ ਬਿਜਲੀ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਔਰ ਬੜੀ ਉੱਚੀ ਤੇ ਬੁਲੰਦ ਆਵਾਜ਼ 'ਚ ਰੌਲਾ ਪਾਉਂਦੇ ਰਹੇ ਕਿ ਅਸੀਂ 600 ਬਿਜਲੀ ਜਿਹੜੀ ਯੂਨਿਟ ਹੈ ਉਹ ਫ੍ਰੀ ਦੇਵਾਂਗੇ और हर व्यक्ति ਨੂੰ देंगे। लेकिन 2 दिन पहला और नोटिफिकेशन होया है और जो गलबात सामने आई है वो बिल्कुल जो ये कहते रहे और तो उल्टा ही है। सो पहला तो मैं थोनू दस दियां कि लोगों को 600 यूनिट असी बिजली देंगे ता जो वड्डी सारी गल लगे। 400 यूनिट बिजली ਜਿਹੜੀ ਕਾਂਗਰਸ ਦੀ ਸਰਕਾਰ ਸੀ ਜਾਨੀ ਕਿ ਮਗਰਲੀ ਸਾਡੀ ਸਰਕਾਰ ਸੀਗੀ ਉਹ ਆਲਰੇਡੀ ਅਸੀਂ ਬਿਜਲੀ ਮੁਫਤ ਦਿੰਦੇ ਸਾਂ। 1 ਮਹੀਨੇ ਦੀ 200 ਯੂਨਿਟ ਦਿੰਦੇ ਸਾਂ ਤੇ 2 ਮਹੀਨਿਆਂ ਦੀ 400 ਯੂਨਿਟ ਅਸੀਂ ਬਿਜਲੀ ਜਿਹੜੀ ਹੈ ਉਹ ਗਰੀਬ ਲੋਕਾਂ ਨੂੰ ਐਸਸੀ ਬੀਸੀ ਇਹਨਾਂ तमाम ਲੋਕਾਂ ਨੂੰ ਅਸੀਂ ਉਹ ਜਿਹੜੇ ਸੁਤੰਤਰਤਾ ਸੰਗਰਾਮੀ ਇਹਨਾਂ ਲੋਕਾਂ ਨੂੰ ਅਸੀਂ ਬਿਜਲੀ ਮੁਫਤ ਦਿੰਦੇ ਸਾਂ। ਔਰ ਅਗਰ 400 ਤੋਂ ਵੱਧ ਆ ਜਾਂਦਾ ਸੀ 2 ਮਹੀਨੇ ਦਾ ਬਿੱਲ ਤਾਂ ਫਿਰ ਅਸੀਂ 400 ਕੱਟ ਕੇ ਦੂਸਰਾ ਬਿੱਲ ਉਹਨਾਂ ਤੋਂ ਲੈ ਲੈਂਦੇ ਸੀ, ਸਰਕਾਰ ਲੈਂਦੀ ਸੀ। ਲੇਕਿਨ 400 ਯੂਨਿਟ ਉਹਨਾਂ ਦੇ ਮਾਫ ਹੁੰਦੇ ਸੀ। ਨਵੀਂ ਸਰਕਾਰ ਆਈ, ਵੱਡੇ ਵੱਡੇ ਵਾਅਦੇ ਕੀਤੇ ਗਏ। ਵਾਅਦੇ ਤਾਂ ਹੋਰ ਵੀ ਬਥੇਰੇ ਕੀਤੇ ਲੇਕਿਨ ਹੌਲੀ ਹੌਲੀ ਤੁਹਾਨੂੰ ਉਹਨਾਂ तमाम ਵਾਅਦਿਆਂ ਬਾਰੇ ਤੁਹਾਨੂੰ ਚਾਨਣਾ ਪਾਉਂਦੇ ਰਿਹਾ। लेकिन ये नाल नोटिफिकेशन दे विच उन्होंने कहता कि एक स्वय घोषणा पत्र यानी कि एफीडेविट हर व्यक्ति देगा जिन्हें ये बिजली मुफ्त लेनी। साडे समय कोई स्वय घोषणा पत्र नहीं सीगा। असी 400 यूनिट बिजली मुफ्त दिंदे सां, उस तो बाद वध आउंदी सी और बिजली का बिल लैंदे सी। तो की लिखिया है स्वय घोषणा पत्र दे विच ਇਹਦੇ ਵਿੱਚ ਕੋਈ ਵੀ ਇਨਕਮ ਟੈਕਸ ਜਿਹੜਾ ਵਿਅਕਤੀ ਭਰਦਾ ਹੈ ਉਹ ਜਾਂ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਉਹ ਜਿਹੜੀ ਹੈ ਬਿਜਲੀ ਮੁਫਤ ਜਿਹੜੀ ਇਹ ਸੁਵਿਧਾ ਲੈ ਨਹੀਂ ਸਕਦਾ। ਔਰ ਇਹਨਾਂ ਨੇ ਤਾਂ ਇਹ ਕਿਹਾ ਸੀ ਕਿ ਸਾਰਿਆਂ ਨੂੰ ਬਿਜਲੀ ਮੁਫਤ ਮਿਲੇਗੀ ਤੇ 600 ਯੂਨਿਟ ਤੋਂ ਉੱਪਰ ਵਾਲੇ ਦੇ ਪੈਸੇ ਲੱਗਣਗੇ। ਜਿਹੜੇ ਦੂਸਰੇ ਲੋਕ ਹੋਣਗੇ, ਜਿਹੜੇ ਆਮ ਗਰੀਬ ਲੋਕ ਹੋਣਗੇ, ਉਹਨਾਂ ਨੂੰ ਉਹ ਪੈਸੇ ਨਹੀਂ ਲੱਗਣਗੇ। ਸੋ ਹੁਣ ਆ ਗਈ ਗੱਲ ਕਿ ਇਨਕਮ ਟੈਕਸ ਪੇਅਰ ਹੈ ਜਿਹੜਾ ਸਰਕਾਰੀ ਨੌਕਰੀ ਕਰਦਾ ਹੈ, ਇੱਥੋਂ ਤੱਕ ਹੀ ਨਹੀਂ ਰਹੇ। ਇਹਨਾਂ ਨੇ ਇਹ ਵੀ ਕਹਿ ਦਿੱਤਾ ਗਿਆ ਕਿ ਅਗਰ ਕਿਸੇ ਨੂੰ 10,000 ਰੁਪਇਆ ਪੈਨਸ਼ਨ ਵੀ ਆਉਂਦੀ ਹੈ ਜਿਸ ਪਰਿਵਾਰ ਨੂੰ, ਚਾਹੇ ਉਹ ਗਰੀਬ ਹੈ, ਉਹਨੂੰ ਅਸੀਂ ਬਿਜਲੀ ਮੁਫਤ ਨਹੀਂ ਦਿਆਂਗੇ। ਬਹੁਤ ਸਾਰੇ ਐਸੇ ਲੋਕ ਨੇ ਆਰਮੀ ਦੇ ਰਿਟਾਇਰਡ ਨੇ ਜਿਨ੍ਹਾਂ ਨੂੰ 10,000 ਰੁਪਏ ਤੋਂ ਵੱਧ ਪੈਨਸ਼ਨ ਆਉਂਦੀ ਨੇ। सो ਇਹਦਾ ਮਤਲਬ ਉਹ ਵੀ ਕੱਟੇ ਗਏ, ਇਨਕਮ ਟੈਕਸ ਵਾਲੇ ਵੀ ਕੱਟੇ ਗਏ। ਔਰ ਇਹਦੇ ਵਿੱਚ ਫਿਰ ਉਹਨਾਂ ਨੇ ਲਿਖਿਆ ਕਿ ਜਿਹੜਾ ਵਕੀਲ ਸਾਹਿਬਾਨ ਨੇ, ਜਿਹੜੇ ਵਕੀਲ ਨੇ, ਕੋਈ ਟੀਚਰ ਨੇ, ਕੋਈ ਆਰਕੀਟੈਕਟ ਨੇ, ਇੰਜੀਨੀਅਰ ਨੇ, ਚਾਰਟਰਡ ਅਕਾਊਂਟੈਂਟ ਨੇ, ਇਹ तमाम ਲੋਕ ਵੀ ਇਹਦੇ ਵਿੱਚ ਨਹੀਂ ਆ ਸਕਦੇ। ਭਾਈ ਇਹ ਤਾਂ ਤੁਸੀਂ ਕਿਹਾ ਹੀ ਨਹੀਂ ਸੀ ਪਹਿਲਾਂ ਕਿ ਅਸੀਂ ਸਪੈਸੀਫਿਕਲੀ ਅਸੀਂ ਜਿਹੜੇ ਟੈਕਸ ਪੇਅਰ ਨੇ ਉਹਨਾਂ ਵਾਸਤੇ ਅਸੀਂ ਇਹ ਸਕੀਮ ਲਾਗੂ ਨਹੀਂ ਕਰਾਂਗੇ। ਤੁਸੀਂ ਇਹ ਗੱਲ ਕਹੀ ਨਹੀਂ। ਤੁਸੀਂ ਆਖਿਆ, ਖੁਦ ਚੀਫ ਮਿਨਿਸਟਰ ਨੇ ਇਹ ਗੱਲ ਕਹੀ ਕਿ ਅਸੀਂ ਇਹ ਜਿਹੜੀ 600 ਯੂਨਿਟ ਬਿਜਲੀ ਹੈ ਇਹ ਸਭ ਵਾਸਤੇ ਮਾਫ ਹੈ, ਇਸ ਤੋਂ ਵੱਧ ਬਿਜਲੀ ਬਾਲਣ ਵਾਲੇ ਨੂੰ ਪੈਸੇ ਲੱਗਣਗੇ। ਨਾ ਹੀ ਤੁਸੀਂ ਇਹ ਕਿਹਾ ਕਿ ਜਿਹਨੂੰ 10,000 ਰੁਪਇਆ ਪੈਨਸ਼ਨ ਆਉਂਦੀ ਹੈ, ਇਹ ਤਾਂ ਆਪਣੀ ਵਿਧਾਨ ਸਭਾ 'ਚ ਗੱਲ ਹੀ ਨਹੀਂ ਹੋਈ, ਨਾ ਹੀ ਤੁਹਾਡੇ ਇਹ ਗੱਲ ਮੈਨੀਫੈਸਟੋ ਦੇ ਵਿੱਚ ਹੋਈ ਹੈ। ਇਹਦਾ ਮਤਲਬ ਕੋਈ ਵੀ ਜਿਹੜਾ ਕਿੱਤਾ ਕਰਦਾ ਵਿਅਕਤੀ ਉਹਨੂੰ ਇਹ ਬਿਜਲੀ ਮੁਫਤ ਦਾ ਕੋਈ ਫਾਇਦਾ ਨਹੀਂ ਹੈ। ਸੋ ਸਵਾਈ ਘੋਸ਼ਣਾ ਪੱਤਰ ਵੀ ਲਿਆ ਜਾਏਗਾ। ਇਹ ਇਸ ਕਰਕੇ ਲਿਆ ਜਾਏਗਾ ਕਿ ਬਹੁਤ ਸਾਰੇ ਤਾਂ ਇਹ ਸਵਾਈ ਘੋਸ਼ਣਾ ਪੱਤਰ ਭਰਨ ਲੱਗੇ ਡਰਨਗੇ, ਕਿਉਂਕਿ ਉਹਨਾਂ ਨੇ ਅੰਤ ਵਿੱਚ ਇਹ ਲਿਖਿਆ ਹੈ ਕਿ ਅਗਰ ਕਿਸੇ ਦੀ ਸੂਚਨਾ 'ਚ ਕੋਈ ਗੜਬੜ ਹੋਈ ਤਾਂ ਉਹਦੇ ਉੱਤੇ PSPCL ਕਾਰਵਾਈ ਕਰ ਸਕਦਾ ਹੈ। ਜਾਨੀ ਕਿ ਪਹਿਲਾਂ ਹੀ ਲੋਕਾਂ ਨੂੰ ਡਰਾ ਦਿੱਤਾ ਗਿਆ ਤਾਂ ਜੋ ਘੱਟ ਤੋਂ ਘੱਟ ਜਿਹੜੇ ਲਾਭਪਾਤਰੀ ਇਸ ਗੱਲ ਦਾ ਫਾਇਦਾ ਉਠਾ ਸਕਣ।
ਸੋ ਇਹ ਵੀ ਨਾਲ ਕਹਿ ਦਿੱਤਾ ਗਿਆ ਕਿ ਟੈਕਸ ਬਈ ਜਿਹੜਾ ਟੈਕਸ ਭਰ ਰਿਹਾ ਵਿਚਾਰਾ, ਜਿਹਦੇ ਟੈਕਸ ਨਾਲ ਤੁਸੀਂ ਬਿਜਲੀ ਮਾਫ ਕਰ ਰਹੇ ਹੋ, ਜਿਹਦੇ ਟੈਕਸ ਦੇ ਨਾਲ ਬਿਜਲੀ ਤੁਸੀਂ ਮਾਫ ਕਰ ਰਹੇ ਹੋ, ਜਿਹੜਾ ਕੋਈ ਪੜ੍ਹਾ ਰਿਹਾ ਹੈ, ਕੋਈ ਅਧਿਆਪਕ ਹੈ, ਕੋਈ ਪੈਨਸ਼ਨ ਲੈ ਰਿਹਾ ਹੈ, ਕੋਈ ਇਨਕਮ ਟੈਕਸ ਪੇਅਰ ਹੈ, ਉਹਨੂੰ ਇਹ ਸੁਵਿਧਾ ਨਹੀਂ ਹੈ। ਕਿਉਂ? ਉਹਨੇ ਕੀ ਗੁਨਾਹ ਕੀਤਾ ਹੈ? ਉਹਨੇ ਗੁਨਾਹ ਇਹ ਕੀਤਾ ਕਿ ਉਹ ਤੁਹਾਡੀ ਉਹ ਬਿਜਲੀ ਮਾਫ ਕਰਨ ਵਾਸਤੇ ਪੈਸਾ ਦੇ ਰਿਹਾ, ਕਿਉਂਕਿ ਘਰੋਂ ਤਾਂ ਬਿਜਲੀ ਕੋਈ ਮਾਫ ਨਹੀਂ ਕਰਦਾ, ਨਾ ਕਾਂਗਰਸ ਕਰਦੀ ਸੀ, ਨਾ ਅਕਾਲੀ ਦਲ ਕਰਦਾ, ਨਾ ਕੋਈ ਆਮ ਆਦਮੀ ਪਾਰਟੀ ਕਰਦੀ ਹੈ। ਇਹ ਤਾਂ ਜਿਹੜਾ ਲੋਕਾਂ ਦਾ ਟੈਕਸ ਮਨੀ ਹੈ, ਅਸੀਂ ਉਹਨੂੰ ਵਿਉਂਤਬੰਦੀ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ, ਤੇ ਫਿਰ ਅਸੀਂ ਜਿਹੜਾ ਹੈਗਾ ਲੋਕਾਂ ਦਾ ਇਹੋ ਜਿਹੀਆਂ ਸਕੀਮਸ ਲਿਆ ਕੇ ਉਹਨਾਂ ਨੂੰ ਫਾਇਦਾ ਕਰਦੇ ਹਾਂ। ਸੋ ਮੇਰਾ ਖਿਆਲ ਇਹ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ, ਸਰਾਸਰ ਪੰਜਾਬ ਦੇ ਲੋਕਾਂ ਨਾਲ ਠੱਗੀ ਹੈ, ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ, ਜੋ ਕਿਹਾ ਸੀ ਉਹ ਨਹੀਂ ਕੀਤਾ ਜਾ ਰਿਹਾ। ਸਰਕਾਰ ਫੇਰ ਆਪਦਾ ਇੱਕ ਵਾਰੀ ਪੰਬਲ ਪੂਸਾ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਇਸ ਤੋਂ ਚੰਗਾ ਸਾਡੀ ਬਿਲਕੁਲ ਜਿਹੜੀ ਪਹਿਲਾਂ ਸਕੀਮ ਚੱਲ ਰਹੀ ਸੀ, ਜਿਹੜੀ ਕਾਂਗਰਸ ਪਾਰਟੀ ਦੇ ਸਮੇਂ ਸੀ, ਕਿ 7 ਕਿਲੋਵਾਟ ਵਾਲੇ ਨੂੰ, ਯਾਨੀ ਕਿ ਜਿਹੜਾ ਲੋਡ 7 ਕਿਲੋਵਾਟ ਤੱਕ ਹੈ, ਉਹਨੂੰ ਅਸੀਂ 3 ਰੁਪਏ ਸਬਸਿਡੀ ਦਿੰਦੇ ਸੀ, ਯਾਨੀ ਕਿ ਸਸਤੀ ਬਿਜਲੀ ਦਿੰਦੇ ਸੀ। ਤਕਰੀਬਨ ਲਗਭਗ, ਜੇ ਮੇਰੇ ਅੰਕੜੇ ਗਲਤ ਨਹੀਂ ਹਨ, ਤਾਂ 2400 ਕਰੋੜ ਰੁਪਏ ਦਾ ਉਹਦੇ ਵਿੱਚ ਅਸੀਂ ਸਰਕਾਰ ਕਾਂਗਰਸ ਦੀ ਸਬਸਿਡੀ ਦਿੰਦੀ ਸੀ। ਮੈਂ ਵੇਖਿਆ ਪਿੰਡਾਂ 'ਚ ਜਾ ਕੇ, ਇਲੈਕਸ਼ਨ ਦਾ ਦੌਰ ਸੀ, ਤੇ ਲੋਕਾਂ ਨੂੰ ਬਿੱਲ ਬਹੁਤ ਘੱਟ ਆਏ, ਹਰ ਵਿਅਕਤੀ ਨੂੰ। ਇਹਦੇ ਵਿੱਚ ਅਸੀਂ ਨਾ ਤਾਂ ਸਵਾਈ ਘੋਸ਼ਣਾ ਪੱਤਰ ਲਿਆ ਗਿਆ, ਨਾ ਅਸੀਂ ਕਿਸੇ ਦੇ ਗਿਆ ਕਿ ਕੋਈ ਟੈਕਸ ਪੇਅਰ ਹੈ ਕਿ ਨਹੀਂ ਪੇਅਰ, ਨਾ ਅਸੀਂ ਇਹ ਵੇਖਿਆ ਕਿ ਕਿਹਨੂੰ 10,000 ਪੈਨਸ਼ਨ ਆਉਂਦੀ ਹੈ ਕਿ ਨਹੀਂ ਆਉਂਦੀ, ਨਾ ਅਸੀਂ ਇਹ ਵੇਖਿਆ ਕੋਈ ਵਕੀਲ, ਆਰਕੀਟੈਕਟ, ਅਕਾਊਂਟੈਂਟ, ਹੁਣ ਸਾਰੀ ਦੁਨੀਆ ਤਾਂ ਅਕਾਊਂਟੈਂਟ ਹੈ। ਸੋ ਅਸੀਂ ਬਿਲਕੁਲ ਨਹੀਂ ਦੇਖਿਆ, ਬੇਸ਼ੱਕ ਉਹ ਤਕੜਾ ਹੈ, ਛੋਟਾ ਹੈ, ਵੱਡਾ ਹੈ, ਲੇਕਿਨ 7 ਕਿਲੋਵਾਟ ਵਾਲੇ ਜਿਹੜਾ ਉਦੋਂ ਉੱਪਰ ਵਾਲਾ, ਉਹਨੂੰ ਬਿਲਕੁਲ ਕੋਈ ਸਬਸਿਡੀ ਨਹੀਂ ਸੀ। 7 ਕਿਲੋਵਾਟ 'ਚ ਤਕਰੀਬਨ 95-97% ਲੋਕ ਜਿਹੜੇ ਨੇ ਪਿੰਡਾਂ ਦੇ, ਸ਼ਹਿਰਾਂ ਦੇ ਉਹਦੇ ਵਿੱਚ ਆ ਜਾਂਦੇ ਸੀ, ਜਿਹੜੇ ਕਿ 7 ਕਿਲੋਵਾਟ ਲੋਡ ਤੋਂ ਘੱਟ ਸੀ, ਤੇ ਉਹਨਾਂ ਨੂੰ ਬਿਜਲੀ ਦੇ ਬਿੱਲ ਘੱਟ ਆਉਣ ਲੱਗ ਪਏ। ਹੁਣ ਤੁਸੀਂ ਦੇਖਿਓ, ਜ਼ਰਾ ਅੰਦਾਜ਼ਾ ਲਾਇਓ ਕਿ ਜਿਹੜੇ ਪਹਿਲਾਂ ਤੁਹਾਨੂੰ ਬਿੱਲ ਆਏ ਬਿਜਲੀ ਦੇ, ਤੇ ਹੁਣ ਜਿਹੜੇ ਬਿਜਲੀ ਦੇ ਬਿੱਲ ਆਉਣਗੇ, ਉਹਨਾਂ 'ਚ ਅੰਤਰ ਕਿੰਨਾ ਹੋਏਗਾ। ਇਹਨਾਂ ਨੇ ਉਹ ਸਬਸਿਡੀ ਖਤਮ ਕਰ ਦਿੱਤੀ ਗਈ, ਜਿਹੜੀ ਮੈਂ ਤੁਹਾਨੂੰ ਸਮਝਾਉਣਾ ਚਾਹਣਾ ਗੱਲ। ਇਹਨਾਂ ਨੇ 2400 ਕਰੋੜ ਰੁਪਏ ਦਾ ਜਿਹੜਾ ਇਹਨਾਂ ਦੇ ਲੋਕਾਂ ਨੇ, ਆਫੀਸਰ ਸਾਹਿਬਾਨਾਂ ਨੇ ਇਹਨਾਂ ਨੂੰ ਬਣਾ ਕੇ ਦਿੱਤਾ ਕਿ ਸਾਡਾ ਤਾਂ ਫਾਇਦਾ ਹੋ ਜਾਏਗਾ ਉਲਟਾ, ਕਿ 2400 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਅਸੀਂ ਬੰਦ ਕਰ ਦਿਆਂਗੇ, ਜਿਹੜੀ ਕਾਂਗਰਸ ਦੇ ਕੇ ਗਈ ਸੀ 3 ਰੁਪਏ ਹਰ ਵਿਅਕਤੀ ਨੂੰ, ਵੱਡਾ ਛੋਟਾ, ਟੈਕਸ ਪੇਅਰ, ਜਿਹੜਾ ਵੀ ਬੰਦਾ ਜੋ ਵੀ ਕੰਮ ਕਰਦਾ, ਤੇ 1700 ਦੀ ਸਬਸਿਡੀ ਸਾਨੂੰ ਦੇਣੀ ਪਏਗੀ ਇਸ 600 ਯੂਨਿਟ ਦੇ ਨਾਲ, ਯਾਨੀ ਕਿ ਜਿਹੜਾ 200 ਯੂਨਿਟ ਐਕਸਟਰਾ ਦਿੱਤਾ ਹੈ। 200 ਹੀ ਕਹਾਂਗਾ ਮੈਂ, 400 ਤਾਂ ਅਸੀਂ ਦਿੰਦੇ ਹੀ ਸੀ। ਸੋ ਇਹਨਾਂ ਦਾ ਤਕਰੀਬਨ 500-600 ਕਰੋੜ ਰੁਪਏ ਦਾ ਉਹ ਫਾਇਦਾ ਹੋ ਰਿਹਾ ਹੈ ਉਲਟਾ। ਇਹ ਕੋਈ ਵੱਖਰੀ ਚੀਜ਼ ਨਹੀਂ ਕਰ ਰਹੇ, ਕਿਉਂਕਿ ਇਹਨਾਂ ਨੂੰ ਬੰਦੇ ਨੂੰ ਮੂਰਖ ਬਣਾਉਣਾ ਤਾਂ ਆਉਂਦਾ ਹੀ ਹੈ। ਅੱਜ ਤੁਸੀਂ ਮੁਹੱਲਾ ਕਲੀਨਿਕ ਦੀ ਵੀ ਆਪਾਂ ਗੱਲ ਕਰਾਂਗੇ ਕਿਸੇ ਦਿਨ, ਜਿਹੜੇ ਕਿ ਪਿੰਡਾਂ ਦੇ ਵਿੱਚ ਖੋਲੇ ਜਾ ਰਹੇ ਨੇ, ਵੀ ਇਹ ਕੀ ਕਰ ਰਹੇ ਨੇ ਉਹਨਾਂ ਦੇ ਵਿੱਚ। ਲੇਕਿਨ ਇਹ ਬੜੀ ਤਰੀਕੇ ਦੇ ਨਾਲ, ਬੜੇ ਸਮਾਰਟ ਤਰੀਕੇ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਇੱਕ ਪਾਰਟੀ ਆ ਗਈ ਹੈ, ਜਿਨ੍ਹਾਂ ਨੇ ਉਹਨਾਂ ਸਾਨੂੰ ਸ਼ਾਇਦ ਐਕਸਪੀਰੀਅੰਸ ਨਹੀਂ ਸੀਗਾ, ਅਸੀਂ 70 ਸਾਲਾਂ ਦੇ ਵਿੱਚ ਉਹਨਾਂ ਤਜਰਬਾ ਨਹੀਂ ਸੀਗਾ ਸਾਡਾ, ਜਿੰਨਾ ਇਹਨਾਂ ਨੂੰ ਦਿੱਲੀ 'ਚ 5-7 ਸਾਲਾਂ ਦੇ ਵਿੱਚ ਹੀ ਤਜਰਬਾ ਆ ਗਿਆ। ਸੋ ਦੋਸਤੋ, ਇਹ ਸਰਾਸਰ ਲੋਕਾਂ ਦੇ ਨਾਲ ਠੱਗੀ ਹੈ, ਲੋਕਾਂ ਦੇ ਨਾਲ ਧੋਖਾ ਹੈ। ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਨੁਮਾਇੰਦਿਆਂ ਨੂੰ, ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ 600 ਯੂਨਿਟ ਹਰ ਵਿਅਕਤੀ ਨੂੰ ਬਿਜਲੀ ਮੁਫਤ ਦੇਵਾਂਗੇ, ਤਾਂ ਦਿਓ। ਤੁਸੀਂ ਉਹਦੇ ਤੇ ਐਡਾ ਵੱਡਾ ਫਾਰਮ ਨਾ ਲਾਓ, ਸਵਾਏ ਘੋਸ਼ਣਾ ਪੱਤਰ ਨਾ ਲਾਓ, ਔਰ ਇਹ ਗੱਲ ਨਾ ਕਹੋ ਕਿ ਅਸੀਂ ਟੈਕਸ ਪੇਅਰ ਜਿਹੜੇ ਉਹਨਾਂ ਨੂੰ ਅਸੀਂ ਮਾਫ ਵੀ ਨਹੀਂ ਦੇਵਾਂਗੇ, ਉਹਨਾਂ ਦਾ ਪੈਸਾ ਹੈ। ਇਹ ਕੋਈ ਕੇਜਰੀਵਾਲ ਸਾਹਿਬ ਜੀ ਨੇ, ਜਾਂ ਰਾਜੇ ਵੜਿੰਗ ਨੇ, ਜਾਂ ਕੋਈ ਅਮਰਿੰਦਰ ਸਿੰਘ ਨੇ ਕੋਈ ਆਪਦੀ ਕਮਾਈ ਚੋਂ ਫਾਇਦਾ ਨਹੀਂ ਦਿੱਤਾ। ਸੋ ਟੈਕਸ ਪੇਅਰਾਂ ਨੂੰ ਵੀ ਜ਼ਰੂਰ ਇਹਦੇ 'ਚ ਲੈ ਕੇ ਆਓ। ਔਰ ਜਿਹੜੀ ਅਸੀਂ ਸਕੀਮ ਲਾਗੂ ਕੀਤੀ ਸੀ, ਬਿਲਕੁਲ ਤੁਸੀਂ 600 ਯੂਨਿਟ ਦਿਓ, ਜਿਹੜੀ ਅਸੀਂ 3 ਰੁਪਏ 7 ਕਿਲੋਵਾਟ ਵਾਲੇ ਨੂੰ ਅਸੀਂ ਕੱਟ ਦਿੰਦੇ ਸੀ, ਉਹ ਵੀ ਲਾਗੂ ਰੱਖੋ। ਇਹ ਮੈਂ ਕਹਿੰਦਾ, ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਿੱਲ ਆਉਣਗੇ ਲੋਕਾਂ ਨੂੰ, ਤੇ ਉਹ ਪੰਜਾਬ ਦੇ ਲੋਕਾਂ ਨੂੰ ਲੈ ਕੇ ਅਸੀਂ ਸਰਕਾਰ ਨੂੰ ਫਿਰ ਘੇਰਾਂਗੇ। ਸੋ ਇਹੀ ਜਾਣਕਾਰੀ ਦੇਣ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਰੋਜ਼ਾਨਾ ਨਵੀਆਂ ਜਿਹੜੀਆਂ ਪੋਲਸ ਹੈਗੀਆਂ ਇਹਨਾਂ ਦੀਆਂ ਉਹ ਖੁੱਲ ਰਹੀਆਂ ਹਨ,
ਕਿ ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਨੂੰ ਝੂਠ ਮਾਰ-ਮਾਰ ਕੇ, ਗੱਪ ਮਾਰ-ਮਾਰ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ। ਸੋ ਸੁਚੇਤ ਰਹੋ, ਜਾਗਦੇ ਰਹੋ, ਕੰਨ ਖੋਲ ਕੇ ਰੱਖੋ। ਸੋ ਆਉਣ ਵਾਲਾ ਸਮਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਕਿੱਦਾਂ ਦਾ ਹੈ, ਔਰ ਸਰਕਾਰ, ਲੋਕ ਆਪੇ ਆਪ ਦੱਸਣ ਲੱਗ ਪੈਣਗੇ ਕਿ ਕਿਹੜੀ ਸਰਕਾਰ ਜ਼ਿਆਦਾ ਬਿਹਤਰ ਸੀ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਨਾਲ ਜੁੜਨ ਵਾਸਤੇ। ਧੰਨਵਾਦ ਅਮਰਪ੍ਰੀਤ, ਡਟੇ ਰਵਾਂਗੇ, ਚਿੰਤਾ ਨਾ ਕਰ ਅਮਰਪ੍ਰੀਤ। ਸੋ ਭਾਜੀ ਦੇਖੋ ਜਿਹੜਾ ਅੱਛਾ ਵਾਚਿੰਗ, ਥੈਂਕ ਯੂ ਵੀਰਪਾਲ ਪੰਨੂ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ। ਪ੍ਰਦੀਪ ਕੁਮਾਰ, ਬੈਂਕ ਤੋਂ ਲੋਨ ਮਿਲਦਾ ਹੈ? ਹਾਂ, ਬੈਂਕ ਤੋਂ ਲੋਨ ਮਿਲਦਾ ਹੈ ਬ੍ਰਦਰ। ਚਲੋ ਫਿਰ ਮਿਲਦੇ ਹਾਂ ਦੀਪੂ ਜੀ, ਦੀਪੂ ਬੰਗੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਫॉर ਵਾਚਿੰਗ। ਮੈਨੂੰ ਤੁਸੀਂ ਸੁਣਿਆ ਪੇਸ਼ੈਂਸ ਦੇ ਨਾਲ, ਔਰ ਫਿਰ ਮੁਲਾਕਾਤ ਕਰਦੇ ਹਾਂ ਜਲਦੀ। ਧੰਨਵਾਦ।